ਸਤਿ ਸ਼੍ਰੀ ਅਕਾਲ ਸਟੂਡੈਂਟਸ, ਮੈਂ ਹਾਂ ਨਵਨੀਤ। ਵੈਲਕਮ ਟੂ ਫਤਿਹ ਐਡੂਕॉम। ਸੋ ਅੱਜ ਅਸੀਂ ਯੂਨੀਅਨ ਬਜਟ 2023-24 ਦਾ ਜਿਹੜਾ ਆ ਉਹ ਇਸ ਵੀਡੀਓ ਦੇ ਜ਼ਰੀਏ ਡਿਸਕਸ ਕਰਾਂਗੇ ਔਰ ਇਹ ਕੁਐਸਚਨ ਫਾਰਮਸ ਦੇ ਵਿੱਚ ਮੈਂ ਲਿਖੇ ਹੋਏ ਨੇ। ਠੀਕ ਹੈ, ਸਾਰਾ ਦਾ ਸਾਰਾ ਯੂਨੀਅਨ ਬਜਟ ਵਿੱਚ ਇਨਕਲੂਡ ਕੀਤਾ ਹੈ। ਮਤਲਬ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਨੇ ਔਰ ਇਹ ਕੁਐਸਚਨ ਫਾਰਮਸ ਦੇ ਵਿੱਚ ਜਦੋਂ ਆਪਾਂ ਚੀਜ਼ ਪੜ੍ਹਦੇ ਆ ਤਾਂ ਸਾਨੂੰ ਲੰਬੇ ਸਮੇਂ ਤੱਕ ਵੀ ਯਾਦ ਰਹਿੰਦੀ ਹੈ ਅਤੇ ਮੋਰ ਓਵਰ ਪੇਪਰ 'ਚ ਆ ਜਾਏ ਅਤੇ ਡਾਇਰੈਕਟਲੀ ਅਸੀਂ ਆਨਸਰ ਜਿਹੜਾ ਸਟਰਾਈਕ ਕਰ ਸਕਦੇ ਹਾਂ। ਸੋ ਦੂਸਰੀ ਗੱਲ ਇਹਦੇ ਨਾਲ ਹੀ ਮੈਂ ਤੁਹਾਨੂੰ ਅਨਾਊਂਸ ਕਰਦਾ ਵੀ ਇਹ ਜਿਹੜੀ PDF ਹੈ ਯੂਨੀਅਨ ਬਜਟ ਦੀ, ਇਹਦੇ ਵਿੱਚ ਮੈਂ ਪੰਜਾਬੀ ਦੇ ਵਿੱਚ ਸੇਮ ਕੰਟੈਂਟ ਐਂਡ 'ਤੇ ਇਨਕਲੂਡ ਕੀਤਾ ਹੈ। ਜਿਹੜੇ ਬੱਚੇ ਪੰਜਾਬੀ ਦੇ ਵਿੱਚ ਪੜ੍ਹਨਾ ਚਾਹੁੰਦੇ ਨੇ ਉਹ ਇਹਦੇ ਵਿੱਚ ਜਿਹੜਾ ਆ ਨੀਚੇ ਜਾ ਕੇ ਪੰਜਾਬੀ ਦੇ ਵਿੱਚ ਸੇਮ ਬਜਟ ਜਿਹੜਾ ਰੀਡ ਕਰ ਸਕਦੇ ਨੇ। ਠੀਕ ਹੈ, ਸੋ ਇਹ ਤੁਸੀਂ ਦੇਖ ਸਕਦੇ ਹੋ। ਸੋ ਇਹ ਆਪਾਂ ਜਿਹੜਾ ਆ ਜਿਹੜੇ ਸਟੂਡੈਂਟਸ ਨੇ ਇੰਗਲਿਸ਼ ਦੇ ਵਿੱਚ ਇਹਨੂੰ ਪ੍ਰਿੰਟ ਕਢਾਉਣਾ ਹੋਊਗਾ ਇੰਗਲਿਸ਼ 'ਚ ਕਢਾ ਲਿਓ, ਜਿਨ੍ਹਾਂ ਨੇ ਪੰਜਾਬੀ 'ਚ ਕਢਾਉਣਾ ਹੋਊਗਾ ਪੰਜਾਬੀ 'ਚ ਕਢਾ ਲਿਓ। ਠੀਕ ਹੈ, ਸੋ ਦੂਸਰੀ ਗੱਲ ਇਹ ਟੈਲੀਗ੍ਰਾਮ ਚੈਨਲ ਤੋਂ ਤੁਹਾਨੂੰ ਮਿਲ ਜੂਗੀ ਜਿਹਦਾ ਲਿੰਕ ਤੁਸੀਂ ਦੇਖ ਰਹੇ ਹੋ ਅਗੇਨ। ਸੋ ਫਸਟ ਕੁਐਸਚਨ ਹੈਗਾ, ਐਜ਼ ਪਰ ਯੂਨੀਅਨ ਬਜਟ 2023-24 ਇੰਡੀਆ ਦਾ ਕਰੰਟ ਈਅਰ ਇਕਨੋਮਿਕ ਗਰੋਥ, ਮਤਲਬ ਇਸ ਸਾਲ ਦੀ ਜਿਹੜੀ ਇੰਡੀਆ ਦੀ ਇਕਨੋਮਿਕ ਗਰੋਥ ਹੈ ਲਗਭਗ ਕਿੰਨੀ ਰਹੇਗੀ? 7% ਰਹੇਗੀ। ਠੀਕ ਹੈ, next ਹੈਗਾ to ensure food and nutritional security, a scheme to supply free food grain to all ਅੰਤਯੋਦਿਆ ਯੋਜਨਾ ਦੇ ਅੰਡਰ ਜਿੰਨੇ ਵੀ ਆਉਂਦੇ ਨੇ ਪਲੱਸ ਪ੍ਰਾਇੋਰਟੀ ਹਾਊਸ ਹੋਲਡਸ ਜਿਹੜੇ ਨੇ ਅਗਲੇ 1 ਸਾਲ ਤੱਕ ਉਹਨਾਂ ਨੂੰ ਜਿਹੜੇ ਆ ਫ੍ਰੀ ਫੂਡ ਗ੍ਰੇਨਸ ਦਿੱਤੇ ਜਾਣਗੇ। ਕਿਹੜੀ ਸਕੀਮ ਦੇ ਅੰਡਰ? ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਅੰਦਰ, ਜਿਹੜੀ ਕਿ ਇੰਪਲੀਮੈਂਟ ਕੀਤੀ ਗਈ ਹੈ 1 ਜਨਵਰੀ 2023 ਤੋਂ। ਨੈਕਸਟ ਹੈ ਇਹਦਾ ਜਿੰਨਾ ਵੀ ਖਰਚਾ ਆ ਐਂਟਾਇਰ ਐਕਸਪੈਂਡੀਚਰ, ਠੀਕ ਹੈ, ਇਸ ਸੈਂਟਰਲ ਗਵਰਨਮੈਂਟ ਇਹਨੂੰ ਬੀਅਰ ਕਰੂਗੀ ਔਰ ਇਹਦਾ ਐਸਟੀਮੇਟ ਖਰਚਾ ਹੈਗਾ ਆ 2 ਲੱਖ ਕਰੋੜ ਦਾ। ਹਾਂਜੀ, ਦੂਸਰੀ ਗੱਲ ਇਹਦੇ ਵਿੱਚ ਇੱਕ ਕੁਐਸਚਨ ਪੁੱਛਿਆ ਜਾ ਸਕਦਾ ਵਾ ਕਿ ਜਿਹੜੀ ਯੂਨੀਅਨ ਬਜਟ 2023-24 ਹੈ ਉਹਦੀਆਂ ਜਿਹੜੀਆਂ ਪ੍ਰਾਇੋਰਟੀਜ਼ ਨੇ ਉਹਨੂੰ ਕੀ ਨਾਮ ਦਿੱਤਾ ਗਿਆ ਆ? ਉਹਨੂੰ ਨਾਮ ਦਿੱਤਾ ਗਿਆ ਆ ਸਪਤਰਿਸ਼ੀ। ਸਪਤਰਿਸ਼ੀ ਮੀਨਸ ਕਿ 7 ਇਹਨਾਂ ਨੇ ਪ੍ਰਾਇੋਰਟੀਜ਼ ਰੱਖੀਆਂ ਨੇ ਜਿਹਦੇ ਵਿੱਚ ਇਨਕਲੂਸਿਵ, ਜਿਨ੍ਹਾਂ ਨੂੰ ਕਿ ਇਹਨਾਂ ਨੇ ਅਚੀਵ ਕਰਨਾ ਹੈ ਕਿਹਦੇ ਥਰੂ? ਅੰਮ੍ਰਿਤ ਕਾਲ। ਅੰਮ੍ਰਿਤ ਕਾਲ ਕੀ ਆ? ਇੰਡੀਆ ਐਟ 100। ਠੀਕ ਹੈ, ਇੰਡੀਆ ਐਟ 100 ਮਤਲਬ ਕਿ ਇੰਡੀਆ ਜਦੋਂ ਦੀ ਆਜ਼ਾਦੀ ਤੋਂ 100 ਸਾਲ ਤੱਕ ਇਹਨੂੰ ਜਿਹੜਾ ਆ ਆਜ਼ਾਦੀ ਤੋਂ ਬਾਅਦ ਅਚੀਵ ਕਰਨ ਦਾ ਇਹਨਾਂ ਨੇ ਜਿਹੜਾ ਟੀਚਾ ਬਣਾਇਆ ਆ। ਹੁਣ ਇਹਦੇ ਵਿੱਚ ਕੁਐਸਚਨ ਫਾਰਮ ਦੇ ਵਿੱਚ ਮੈਂ ਇੱਦਾਂ ਲਿਖ ਦਿੱਤਾ ਵੀ ਨਾਟ ਇਨਕਲੂਡਿਡ, ਬਟ ਇਹ ਜਿਹੜੀਆਂ ਸਾਰੀਆਂ ਨੇ ਇਨਕਲੂਡਿਡ ਨੇ, ਆਲ ਆਰ ਇਨਕਲੂਡਿਡ। ਕੀ ਆ? ਇਨਕਲੂਸਿਵ ਡਿਵੈਲਪਮੈਂਟ ਆ, ਮਤਲਬ ਹਰ ਇੱਕ ਵਰਗ ਨੂੰ ਇਨਕਲੂਡ ਕਰਨਾ। ਰੀਚਿੰਗ ਦੀ ਲਾਸਟ ਮੀਲ, ਮਤਲਬ ਕਿ ਗਵਰਨੈਂਸ ਜਿਹੜੀ ਆ ਉਹ ਬਹੁਤ ਜ਼ਿਆਦਾ ਸਟਰੋਂਗ ਹੋਣੀ ਚਾਹੀਦੀ ਆ, ਹਰ ਇੱਕ ਵਰਗ ਨੂੰ ਕਵਰ ਕਰਨ ਵਾਲੀ। ਐਡਮਿਨਿਸਟ੍ਰੇਸ਼ਨ ਬਹੁਤ ਹੀ ਜ਼ਿਆਦਾ ਮਤਲਬ ਕਿਹਨੂੰ ਕਹਿੰਦੇ ਹੁੰਦੇ ਆ, ਸੂਖਮ। ਇਨਫਰਾਸਟਰਕਚਰ ਤੇ ਇਨਵੈਸਟਮੈਂਟ। ਅਨਲੀਸ਼ਿੰਗ ਦਾ ਪੋਟੈਂਸ਼ੀਅਲ, ਜਿੱਥੇ ਜਿੱਥੇ ਪੋਟੈਂਸ਼ੀਅਲ ਲੱਗਦਾ ਆ ਉਹਨੂੰ ਡਿਸਕਵਰ ਕਰੋ। ਠੀਕ ਹੈ, ਜਿੱਥੋਂ ਮਤਲਬ ਆਮਦਨ ਹੋ ਸਕਦੀ ਆ। ਦੈਨ ਗ੍ਰੀਨ ਗਰੋਥ, ਰਾਈਟ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਇਹ 2030 ਤੱਕ ਪੂਰਾ ਜਿਹੜਾ ਆ ਇਹਨਾਂ ਨੇ ਇੱਕ ਟੀਚਾ ਵੀ ਰੱਖਿਆ ਕਿ 500 ਮਿਲੀਅਨ ਮੈਟ੍ਰਿਕ ਟਨ ਗ੍ਰੀਨ ਹਾਈਡਰੋਜਨ, ਠੀਕ ਹੈ, ਉੱਤੋਂ એનર્ਜੀ ਪ੍ਰੋਡਿਊਸ ਕੀਤੀ ਜਾਣੀ ਹੈ। ਸੋ ਗ੍ਰੀਨ ਗਰੋਥ, ਯੂਥ ਪਾਵਰ, ਫਾਈਨੈਂਸ਼ੀਅਲ ਸੈਕਟਰ। ਸੋ ਇਹ 7 ਪ੍ਰਾਇੋਰਟੀਜ਼, 7 ਸੈਕਟਰ ਪ੍ਰਾਇੋਰਟੀਜ਼ ਜਿਹੜੀਆਂ ਸਪਤਰਿਸ਼ੀ ਦੀ ਫਾਰਮ ਦੇ ਵਿੱਚ ਇਹਨਾਂ ਨੇ ਹਾਈਲਾਈਟ ਕੀਤੀਆਂ ਨੇ। ਨੈਕਸਟ ਹੈਗਾ, ਇੰਡੀਆ ਇਜ਼ ਦਾ ਲਾਰਜੈਸਟ ਪ੍ਰੋਡਿਊਸਰ ਐਂਡ ਸੈਕਿੰਡ ਲਾਰਜੈਸਟ ਐਕਸਪੋਰਟਰ ਆਫ ਸ਼੍ਰੀ ਅੰਨ। ਸੋ ਸ਼੍ਰੀ ਅੰਨ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਵੀ ਇਹ ਕੀ ਹੈ? ਇਹ ਹਾਈਐਸਟ ਆਪਾਂ ਕਹਿ ਸਕਦੇ ਪ੍ਰੋਟੀਨਸ ਦੇ ਵਿੱਚ ਬਹੁਤ ਜ਼ਿਆਦਾ ਰਿਚੈਸਟ ਡਾਈਟ ਹੁੰਦੀ ਹੈ। ਸੋ ਸ਼੍ਰੀ ਅੰਨ ਕੀ ਹੈ? ਮਿਲਟਸ ਹੈ। ਮਿਲਟ ਕ੍ਰੌਪ ਦੇ ਵਿੱਚ ਤੁਹਾਡਾ ਆਉਂਦਾ ਜਵਾਰ, ਰਾਗੀ, ਬਾਜਰਾ, ਕੁੱਟੂ, ਰਮਦਾਨਾ, ਕੁੰਗਣੀ, ਠੀਕ ਹੈ, ਕੁਟਕੀ, ਕੋੜੋ, ਛੀਨਾ, ਸਮਾ। ਸੋ ਇਹ ਡਿਫਰੈਂਟ ਸਟੇਟਸ ਦੇ ਵਿੱਚ ਡਿਫਰੈਂਟ ਨਾਮ ਨੇ ਇਹਨਾਂ ਦੇ। ਸੋ ਆਲ ਆਫ ਦੀ ਅਬਵ। ਨੈਕਸਟ ਹੈਗਾ ਜੀ ਇੰਡੀਅਨ ਇੰਸਟੀਟਿਊਟ ਆਫ ਮਿਲਟ ਰਿਸਰਚ। ਠੀਕ ਹੈ, ਸੋ ਇਹ ਮਿਲਟ ਰਿਸਰਚ ਦਾ ਇੰਸਟੀਟਿਊਟ ਜਿਹੜਾ ਆ ਹੈਦਰਾਬਾਦ ਦੇ ਵਿੱਚ ਹੈਗਾ ਆ। ਇਸ ਤੋਂ ਇਲਾਵਾ ਸਿਕਲ ਸੈੱਲ ਐਨੀਮੀਆ ਨੂੰ ਜਿਹੜਾ ਜਿਹਦੇ ਵਿੱਚ RBC ਸਿਕਲ ਸ਼ੇਪ ਹੋ ਜਾਂਦੇ ਨੇ। ਸੋ ਇਹ ਸਿਕਲ ਸੈੱਲ ਐਨੀਮੀਆ ਨੂੰ ਐਲੀਮੀਨੇਟ ਕਰਨ ਦਾ ਮਿਸ਼ਨ ਜਿਹੜਾ ਆ 2047 ਤੱਕ ਇਹਨੂੰ ਐਲੀਮੀਨੇਟ ਕਰਨ ਦਾ ਟੀਚਾ ਜਿਹੜਾ ਸਰਕਾਰ ਨੇ ਰੱਖਿਆ ਹੈ, ਜਿਹਦੇ ਵਿੱਚ ਇਹ ਏਜ ਗਰੁੱਪਸ ਨੂੰ ਟਾਰਗੇਟ ਕਰਨਗੇ 0 ਤੋਂ 40 ਸਾਲ ਤੱਕ ਦੇ। ਇਸ ਤੋਂ ਇਲਾਵਾ ਰੀਸੈਂਟਲੀ ਜਿਹੜੇ ਮਤਲਬ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਇਹਨਾਂ ਨੇ ਲਾਂਚ ਕੀਤਾ ਸੀ, ਜਿਹਦੇ ਵਿੱਚ ਕਰੀਬ 117 ਡਿਸਟ੍ਰਿਕਟਸ ਇਹਨਾਂ ਨੇ ਕਵਰ ਕੀਤੀਆਂ ਸੀ। ਇਸੇ ਤਹਿਤ ਹੀ ਇਹਨਾਂ ਨੇ 500 ਬਲਾਕ ਹੁਣ ਕਵਰ ਕਰਨੇ ਨੇ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ, ਜਿਹਦੇ ਵਿੱਚ ਜੋ ਵੀ ਗਵਰਨਮੈਂਟ ਦੀਆਂ ਐਸੈਂਸ਼ੀਅਲ ਗਵਰਨਮੈਂਟ ਸਰਵਿਸਿਜ਼ ਨੇ, ਚਾਹੇ ਉਹ ਐਜੂਕੇਸ਼ਨ ਰਿਲੇਟਿਡ ਨੇ, ਚਾਹੇ ਹੈਲਥ ਰਿਲੇਟਿਡ ਨੇ, ਚਾਹੇ ਸੈਨੀਟੇਸ਼ਨ ਰਿਲੇਟਿਡ ਨੇ, ਚਾਹੇ ਗਵਰਨੈਂਸ ਹੈ, ਸੋ ਸਾਰਿਆਂ ਦੇ ਉੱਤੇ ਜਿਹੜਾ ਆ ਫੋਕਸ ਕੀਤਾ ਜਾਊਗਾ। ਨੈਕਸਟ ਹੈਗਾ ਐਜ਼ ਪਰ ਯੂਨੀਅਨ ਬਜਟ ਭਾਰਤ ਸ਼੍ਰੀ ਕੀ ਹੈ? ਇਹਦੇ ਵਿੱਚ ਜਿੰਨੇ ਵੀ ਸਾਡੇ ਏਂਸ਼ੀਅੰਟ ਇਨਸਕ੍ਰਿਪਸ਼ਨਸ ਨੇ,
ਠੀਕ ਹੈ। ਉਹਨਾਂ ਦਾ ਲਗਭਗ ਇਸ ਫਸਟ ਫੇਜ਼ ਦੇ ਵਿੱਚ 1 ਲੱਖ ਏਂਸ਼ੀਅੰਟ ਇਨਸਕ੍ਰਿਪਸ਼ਨਸ ਦਾ ਡਿਜੀਟਾਈਜੇਸ਼ਨ ਕੀਤਾ ਜਾਊਗਾ, ਠੀਕ ਹੈ। ਭਾਰਤ ਸ਼੍ਰੀ ਦੀ ਫੁੱਲ ਫਾਰਮ ਹੈਗੀ ਹੈ ਭਾਰਤ ਸ਼ੇਅਰਡ ਰੈਪੋਜ਼ਿਟਰੀ ਆਫ ਇਨਸਕ੍ਰਿਪਸ਼ਨਸ। ਸੋ ਭਾਰਤ ਸ਼੍ਰੀ ਵੈਸੇ ਪੁੱਛਿਆ ਜਾ ਸਕਦਾ ਵੀ ਇਹ ਕਾਹਦੇ ਨਾਲ ਰਿਲੇਟ ਕਰਦੀ ਹੈ, ਸੋ ਇਟ ਇਜ਼ ਰਿਲੇਟਡ ਟੂ ਏਂਸ਼ੀਅੰਟ ਇਨਸਕ੍ਰਿਪਸ਼ਨਸ, ਠੀਕ ਹੈ। ਨੈਕਸਟ ਹੈਗਾ ਐਸ ਪਰ ਯੂਨੀਅਨ ਬਜਟ 2023-24 ਕੈਪੀਟਲ ਇਨਵੈਸਟਮੈਂਟ ਆਊਟਲੇ। ਸੋ ਕੈਪੀਟਲ ਕੀ ਹੁੰਦਾ ਹੈ? ਕੈਪੀਟਲ ਵਰਡ ਮੈਂ ਤੁਹਾਨੂੰ ਪਹਿਲਾਂ ਵੀ ਬਜਟ ਦੀ ਵੀਡੀਓ ਇੱਕ ਕੀਤੀ ਸੀਗੀ, ਆਪਾਂ ਜਦੋਂ ਐਕਸਰਸਾਈਜ਼ ਦਾ ਪ੍ਰਪੇਅਰ ਕਰਾਇਆ ਸੀ। ਸੋ ਉਹਦੇ ਵਿੱਚ ਕੈਪੀਟਲ ਮੈਂ ਤੁਹਾਨੂੰ ਦੱਸਿਆ ਸੀ ਕਿ ਕੋਈ ਵੀ ਚੀਜ਼ ਜਿੱਤੋਂ ਸਾਨੂੰ ਇਨਕਮ ਆਉਂਦੀ ਹੋਵੇ, ਵਿਚ ਜਨਰੇਟ ਸਮ ਇਨਕਮ, ਉਹਨੂੰ ਆਪਾਂ ਕੀ ਕਹਿ ਦਿੰਦੇ ਆ? ਕੈਪੀਟਲ, ਠੀਕ ਹੈ। ਸੋ ਕੈਪੀਟਲ ਇਨਵੈਸਟਮੈਂਟ ਆਊਟਲੇ ਜਿਹੜੀ ਹੈ ਇਹ ਮਤਲਬ ਪਿਛਲੇ ਬਜਟਸ ਦੇ ਨਾਲ ਕੰਪੇਅਰ ਕਰੀਏ ਤੇ 33% ਇਨਕਰੀਜ਼ ਹੋਈ ਹੈ। ਕਿੰਨੀ ਇਹਨਾਂ ਨੇ ਰੱਖੀ ਹੈ? 10 ਲੱਖ ਕਰੋੜ ਦੀ। ਇਹ 3.3% ਹੋਊਗਾ ਸਾਡੀ GDP ਦਾ, ਠੀਕ ਹੈ। ਕੈਪੀਟਲ ਇਨਵੈਸਟਮੈਂਟ ਆਊਟਲੇ। ਦੂਸਰਾ ਹੈਗਾ ਇਫੈਕਟਿਵ ਕੈਪੀਟਲ ਐਕਸਪੈਂਡੀਚਰ। ਇਫੈਕਟਿਵ ਦੇਖੋ ਕੈਪੀਟਲ ਆਊਟਲੇ ਹੋ ਗਿਆ ਕਿ ਜਿੱਦਾਂ ਮਤਲਬ ਮੰਨ ਲਓ ਕਿ ਵੈਸੇ ਤਾਂ ਹੁੰਦਾ ਵਿਚ ਜਨਰੇਟ ਸਮ ਇਨਕਮ, ਠੀਕ ਹੈ। ਕੈਪੀਟਲ ਹੁਣ ਇਨਕਮ ਆਉਂਦੀ ਕਿੱਥੋਂ ਆ? ਮੰਨ ਲਓ ਤੁਸੀਂ ਨਵੀਆਂ ਕੋਈ ਵੀ ਇਨਫਰਾਸਟਰਕਚਰ ਕ੍ਰੀਏਟ ਕਰਦੇ ਆ, ਕੋਈ ਹਸਪੀਟਲ ਕ੍ਰੀਏਟ ਕਰਦੇ ਆ, ਠੀਕ ਹੈ, ਕੋਈ ਗਵਰਨਮੈਂਟ ਫੈਸਿਲਿਟੀ ਕ੍ਰੀਏਟ ਕਰਦੇ ਆ ਜਿੱਥੋਂ ਤੁਹਾਨੂੰ ਰੈਵਨਿਊ ਆਉਂਦਾ, ਗਵਰਨਮੈਂਟ ਨੂੰ ਰੈਵਨਿਊ ਆਉਂਦਾ ਆ, ਠੀਕ ਹੈ। ਸੋ ਲੌਂਗ ਟਰਮ ਦੇ ਵਿੱਚ ਇਨਕਮ ਆਉਂਦੀ ਆ। ਸੋ ਲੇਕਿਨ ਜਦੋਂ ਆਪਾਂ ਆਊਟਲੇ ਦੀ ਗੱਲ ਕਰਦੇ ਇਹਦੇ ਵਿੱਚ ਉਹ ਚੀਜ਼ਾਂ ਵੀ ਆਪਾਂ ਵਿੱਚ ਰੱਖਣੀਆਂ ਹੁੰਦੀਆਂ ਨੇ ਜਿਹੜੀਆਂ ਮੇਨਟੇਨੈਂਸ, ਜਿੱਦਾਂ ਮੰਨ ਲਓ ਰੋਡ ਕੰਸਟਰਕਟ ਕੀਤੀ ਹੈ ਤੇ ਉਹਨੂੰ ਰਿਪੇਅਰ ਵੀ ਤੇ ਕਰਨਾ ਨਾ, ਗਵਰਨਮੈਂਟ ਦਾ ਕੰਮ ਹੈ। ਜੇ ਟੋਲ ਟੈਕਸ ਸਾਡੇ ਤੋਂ ਲੈਂਦੇ ਆ ਤੇ ਉਹਨੂੰ ਬਾਅਦ ਵਿੱਚ ਰਿਪੇਅਰ ਵੀ ਤੇ ਕਰਨਾ ਹੈ ਨਾ। ਸੋ ਆਊਟਲੇ ਦੇ ਵਿੱਚ ਮੇਨਟੇਨੈਂਸ ਚਾਰजेस ਵਗੈਰਾ ਵੀ ਆਪਾਂ ਪਾਉਂਦੇ ਆ। ਲੇਕਿਨ ਜਦੋਂ ਆਪਾਂ ਕੈਪੀਟਲ ਐਕਸਪੈਂਡੀਚਰ ਦੀ ਗੱਲ ਕਰਦੇ ਆ ਤੇ ਉਹਦੇ ਵਿੱਚ ਸਿਰਫ ਆਪਾਂ ਉਹਨਾਂ ਚੀਜ਼ਾਂ ਨੂੰ ਮੁੱਢ ਤੋਂ ਸ਼ੁਰੂ ਤੋਂ, ਜਿੱਦਾਂ ਬਰਾਊਨ ਫੀਲਡ ਪ੍ਰੋਜੈਕਟ, ਗ੍ਰੀਨ ਫੀਲਡ ਪ੍ਰੋਜੈਕਟਸ ਦੀ ਆਪਾਂ ਗੱਲ, ਗ੍ਰੀਨ ਫੀਲਡ ਪ੍ਰੋਜੈਕਟ ਦੀ ਆਪਾਂ ਗੱਲ ਕਰਦੇ ਹਾਂ, ਬਰਾਊਨ ਫੀਲਡ ਨਹੀਂ, ਬਰਾਊਨ ਫੀਲਡ ਤੇ ਐਗਜ਼ਿਸਟਿੰਗ ਤੇ ਲਾਉਂਦੇ ਆ। ਸੋ ਮੁੱਢ ਤੋਂ ਆਪਾਂ ਜਦੋਂ ਮਤਲਬ ਕੋਈ ਵੀ ਇਹੋ ਜਿਹੀ ਪਲਾਂਟ ਲਾਉਣਾ ਹੈ ਜਿਹੜਾ ਸਾਨੂੰ ਇਨਕਮ ਦਊਗਾ, ਠੀਕ ਹੈ। ਸੋ ਕੈਪੀਟਲ ਐਕਸਪੈਂਡੀਚਰ, ਇਫੈਕਟਿਵ ਕੈਪੀਟਲ ਐਕਸਪੈਂਡੀਚਰ ਉਹ ਹੁੰਦਾ ਹੈ, ਠੀਕ ਹੈ। ਇਹਦੇ 'ਚ ਆਪਾਂ ਮੇਨਟੇਨੈਂਸ ਵਗੈਰਾ ਇਹ ਸਾਰੀਆਂ ਚੀਜ਼ਾਂ ਨਹੀਂ ਕਵਰ ਕਰਦੇ ਹਾਂ। ਸੋ ਇਹ ਜਿਹੜਾ ਰੱਖਿਆ ਗਿਆ, ਇਹਦਾ ਰੱਖਿਆ ਗਿਆ 13.7 ਲੱਖ ਕਰੋੜ ਦਾ ਟੀਚਾ, ਜਿਹੜਾ ਕਿ 4.5% GDP ਦਾ ਹੈਗਾ ਆ, ਠੀਕ ਹੈ। ਨੈਕਸਟ ਹੈਗਾ ਵਿਚ ਡਾਕੂਮੈਂਟ ਵਿਲ ਬੀ ਯੂਜ਼ਡ ਐਜ਼ ਦਾ ਕਾਮਨ ਆਇਡੈਂਟੀਫਾਇਰ ਫॉर ਆਲ ਡਿਜੀਟਲ ਸਿਸਟਮਸ of specified government agencies। ਸੋ ਇਹਦੇ ਵਿੱਚ ਜਿਵੇਂ ਈਜ਼ ਆਫ ਡੂਇੰਗ ਬਿਜ਼ਨਸ ਲਈ ਰਾਈਟ, ਜਿੱਦਾਂ ਕਿਸੇ ਨੇ ਵੀ ਆਪਣਾ ਕੋਈ ਵੀ ਸਹੂਲਤ ਲੈਣੀ ਹੈ ਸਰਕਾਰ ਦੀ, ਸੋ ਉਹਦੇ ਵਾਸਤੇ ਮੈਂਡੇਟਰੀ ਡਾਕੂਮੈਂਟ ਇਹਨਾਂ ਨੇ ਕੀ ਕਰ ਦਿੱਤੀ ਆ? ਪੈਨ, ਕਾਮਨ ਆਇਡੈਂਟੀਫਾਇਰ ਜਿਹਨੂੰ ਕਹਿ ਦਿੰਦੇ ਆ, ਠੀਕ ਹੈ। ਨੈਕਸਟ ਹੈਗਾ PM ਪ੍ਰਣਾਮ। PM ਪ੍ਰਣਾਮ ਵੈਸੇ ਵੀ ਪੁੱਛ ਸਕਦੇ ਆ, ਇਕੱਲਾ ਵੀ ਕਾਹਦੇ ਨਾਲ ਰਿਲੇਟਿਡ ਆ? ਇਹ ਫਰਟੀਲਾਈਜ਼ਰਸ, ਆਲਟਰਨੇਟਿਵ ਫਰਟੀਲਾਈਜ਼ਰਸ ਨਾਲ ਰਿਲੇਟਿਡ ਹੈ। ਸੋ ਇਹਦੀ ਫੁੱਲ ਫਾਰਮ ਕੀ ਹੈ? PM ਪ੍ਰੋਗਰਾਮ ਫॉर ਰੀਸਟੋਰੇਸ਼ਨ, awareness, nourishment and amelioration of mother earth will be launched to incentivize states। मतलब ਇਹਦੇ ਵਿੱਚ ਮੇਨਲੀ ਕੀ ਹੈ? ਪ੍ਰਮੋਟ ਕੀ ਕਰਨੇ ਆ? ਆਲਟਰਨੇਟਿਵ ਫਰਟੀਲਾਈਜ਼ਰਸ, ਜਾਂ ਫਿਰ ਅਗਰ ਕੈਮੀਕਲ ਫਰਟੀਲਾਈਜ਼ਰ ਵੀ ਯੂਜ਼ ਕੀਤੇ ਜਾਣ ਤੇ ਉਹ ਬੈਲੈਂਸਡ ਵੇ ਨਾਲ ਯੂਜ਼ ਕੀਤੇ ਜਾਣ, ਜਿਹਦੇ ਨਾਲ ਮਦਰ ਅਰਥ ਨੂੰ ਜ਼ਿਆਦਾ ਨੁਕਸਾਨ ਨਾ ਹੋਵੇ। ਨੈਕਸਟ ਹੈ ਐਸ ਪਰ ਯੂਨੀਅਨ ਬਜਟ ਹਾਊ ਮੈਨੀ ਨਿਊ ਵੇਸਟ ਟੂ ਵੈਲਥ ਪਲਾਂਟਸ। ਸੋ ਇਹ ਗੋਬਰਧਨ ਸਕੀਮ ਆਈ ਸੀਗੀ, ਗੈਲਵਨਾਈਜ਼ਿੰਗ ਆਰਗੈਨਿਕ ਬਾਇਓ ਐਗਰੋ ਰਿਸੋਰਸਿਸ ਧਨ। ਇਹ ਵੇਸਟ ਟੂ ਵੈਲਥ ਨਾਮ ਤੋਂ ਇੰਡੀਕੇਟ ਹੋ ਰਿਹਾ ਕਿ ਆਪਾਂ ਵੇਸਟ ਤੋਂ ਵੈਲਥ ਜਨਰੇਟ ਕਰਨੀ ਆ, ਠੀਕ ਹੈ। ਸੋ ਇਹ ਸਟੈਬਲਿਸ਼ ਹੋਣਗੇ ਸਰਕੂਲਰ ਇਕੋਨਮੀ ਨੂੰ ਪ੍ਰਮੋਟ ਕਰਨ ਲਈ 500, ਠੀਕ ਹੈ, 500 ਨਵੇਂ ਵੇਸਟ ਟੂ ਵੈਲਥ ਪਲਾਂਟਸ ਜਿਹੜੇ ਆ ਉਹਨਾਂ ਨੂੰ ਸੈਟਅਪ ਕੀਤਾ ਜਾਊਗਾ। ਨੈਕਸਟ ਹੈਗਾ ਟੂ ਅਡੋਪਟ ਨੈਚੁਰਲ ਫਾਰਮਿੰਗ ਹਾਊ ਮੈਨੀ ਭਾਰਤੀ ਪ੍ਰਾਕ੍ਰਿਤਿਕ ਖੇਤੀ। ਪ੍ਰਾਕ੍ਰਿਤਿਕ ਖੇਤੀ ਕਿਹੜੀ ਹੁੰਦੀ ਆ? ਜਿਹੜੀ ਆਪਾਂ ਆਰਗੈਨਿਕ ਜਾਂ ਨੈਚੁਰਲ ਫਾਰਮਿੰਗ ਜਿਹਨੂੰ ਆਪਾਂ ਕਹਿ ਦਿੰਦੇ ਆ, ਇਹਦੇ ਰਿਲੇਟਿਡ ਬਾਇਓ ਇਨਪੁਟ ਰਿਸੋਰਸਿਸ ਸੈਂਟਰ ਸੈਟਅਪ ਕੀਤੇ ਜਾਣਗੇ ਅਗਲੇ 3 ਸਾਲਾਂ ਲਈ, ਕੋਈ 10,000 ਸੈਂਟਰ, ਠੀਕ ਹੈ। ਨੈਕਸਟ ਹੈਗਾ ਬਿਲਡਿੰਗ ਔਨ ਇੰਡੀਆ ਸਕਸੈਸ ਇਨ ਐਫੋਰੈਸਟੇਸ਼ਨ, ਮਿਸ਼ਟੀ ਪ੍ਰੋਗਰਾਮ। ਸੋ ਮਿਸ਼ਟੀ ਪ੍ਰੋਗਰਾਮ ਜਿਹੜਾ ਆ ਇਹ ਮੇਨਲੀ ਜਿਹੜੇ ਮੈਂਗਰੂਵਸ ਕੋਸਟ ਲਾਈਨ ਸਾਡੀਆਂ ਹੈਗੀਆਂ ਉਹਦੇ ਆਲੇ ਦੁਆਲੇ ਜਿੰਨਾ ਵੀ ਮੈਕਸੀਮਮ ਹੋ ਸਕੇ ਉਹਦੀ ਪਲਾਂਟੇਸ਼ਨ ਨੂੰ ਪ੍ਰਮੋਟ ਕਰਨ ਵਾਸਤੇ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ। ਇਹਦੀ ਫੁੱਲ ਫਾਰਮ ਹੈਗੀ ਮੈਂਗਰੂਵ ਇਨੀਸ਼ੀਏਟਿਵ ਫॉर ਸ਼ੋਰਲਾਈਨ ਹੈਬਿਟੈਟਸ ਐਂਡ ਟੈਂਜੀਬਲ ਇਨਕਮਸ। ਨੈਕਸਟ ਹੈਗਾ ਟੂ ਸਕਿੱਲ ਯੂਥ ਫॉर ਇੰਟਰਨੈਸ਼ਨਲ ਅਪੋਰਚੁਨਿਟੀਜ਼ ਹਾਊ ਮੈਨੀ ਸਕਿੱਲ ਇੰਡੀਆ ਇੰਟਰਨੈਸ਼ਨਲ ਸੈਂਟਰਸ ਵਿਲ ਬੀ ਸੈਟਅਪ। ਇਹ ਡਿਫਰੈਂਟ ਸਟੇਟਸ ਦੇ ਵਿੱਚ ਲਗਭਗ 30 ਦੇ ਅਰਾਊਂਡ ਜਿਹੜਾ ਹੈ ਇੰਟਰਨੈਸ਼ਨਲ ਸਕਿੱਲ ਸੈਂਟਰਸ ਸੈਟਅਪ ਕੀਤੇ ਜਾਣਗੇ। ਨੈਕਸਟ ਹੈਗਾ ਐਸ ਪਰ ਯੂਨੀਅਨ ਬਜਟ ਸਟੇਟ ਸ਼ੈਲ ਬੀ ਇਨਕਰੇਜ ਟੂ ਸੈਟਅਪ ਅ ਯੂਨਿਟੀ ਮਾਲ। ਹੁਣ ਯੂਨਿਟੀ ਮਾਲ ਵੈਸੇ ਵੀ ਪੁੱਛ ਸਕਦੇ ਵੀ ਕੀ ਹੈ, ਬਜਟ ਦੇ ਵਿੱਚ ਇਹਦੀ ਗੱਲ ਕੀਤੀ ਗਈ ਹੈ। ਸੋ ਇਹਦੇ ਵਿੱਚ ਇਹ ਯੂਨਿਟੀ ਮਾਲਸ ਦੇ ਵਿੱਚ ਜਿੰਨੇ ਵੀ ਸਾਡੇ 1 ਡਿਸਟ੍ਰਿਕਟ 1 ਪ੍ਰੋਡਕਟ ਜਾਂ GI ਪ੍ਰੋਡਕਟਸ, ਜੋਗ੍ਰਾਫਿਕਲ ਇੰਡੀਕੇਸ਼ਨ ਜਿੱਦਾਂ ਮਤਲਬ ਦਿੱਤਾ ਜਾਂਦਾ, ਬਾਸਮਤੀ ਹੈ, ਠੀਕ ਹੈ, ਹੋਰ ਵੀ ਕਈ ਚੀਜ਼ਾਂ ਨੇ,
ਜਾਂ ਕੋਈ ਹੋਰ ਹੈਂਡੀਕ੍ਰਾਫਟਸ ਪ੍ਰੋਡਕਟ ਆ ਉਹਦੀ ਸੇਲ ਜਿਹੜੀ ਆ ਇਹਦੇ ਵਿੱਚ ਹੋਇਆ ਕਰੇਗੀ। ਨੈਕਸਟ ਹੈਗਾ ਐਜ਼ ਪਰ ਯੂਨੀਅਨ ਬਜਟ ਅ ਵਨ ਟਾਈਮ ਨਿਊ ਸਮਾਲ ਸੇਵਿੰਗ, ਵਨ ਟਾਈਮ ਹੈ ਠੀਕ ਹੈ, ਦੁਬਾਰਾ ਨਹੀਂ ਆਣੀ, ਨਵੀਂ ਇੱਕ ਸਮਾਲ ਸੇਵਿੰਗ ਸਕੀਮ ਆ ਮਹਿਲਾ ਸਮਾਨ ਸੇਵਿੰਗਸ, ਜਿੱਦਾਂ ਕਿਸਾਨ ਸੇਵਿੰਗ ਸਰਟੀਫਿਕੇਟ ਨਾਲ ਨੈਸ਼ਨਲ ਸੇਵਿੰਗ ਸਰਟੀਫਿਕੇਟਸ, ਇੱਦਾਂ ਹੀ ਮਹਿਲਾ ਸਮਾਨ ਸੇਵਿੰਗ ਸਰਟੀਫਿਕੇਟ ਇਹਨਾਂ ਨੇ ਲਾਂਚ ਕੀਤਾ ਹੈ। ਸਿਰਫ 2 ਸਾਲ ਦੇ ਪੀਰੀਅਡ ਲਈ ਅਵੇਲੇਬਲ ਹੋਊਗੀ, ਇਸ ਲਈ ਵਨ ਟਾਈਮ ਹੈ। ਕਦੋਂ ਤੱਕ? ਮਾਰਚ 2025 ਤੱਕ। ਇਹਦੇ ਵਿੱਚ ਤੁਸੀਂ ਕਿਸੇ ਵੀ ਵੂਮਨ ਦੇ ਨਾਮ 'ਤੇ ਜਾਂ ਕਿਸੇ ਕੁੜੀ ਦੇ ਨਾਮ ਦੇ ਉੱਤੇ 2 ਲੱਖ ਦੀ ਜਿਹੜੀ ਹੈ ਡਿਪੋਜ਼ਿਟ ਫੈਸਿਲਿਟੀ ਅਵੇਲੇਬਲ ਹੋਊਗੀ। ਲਗਭਗ ਤੁਸੀਂ ਉਹ 2 ਸਾਲ ਤੱਕ ਜਿਹੜਾ ਆ, ਲਗਭਗ ਨਹੀਂ 2 ਸਾਲ ਦੇ ਟਨੌਰ ਤੱਕ ਤੁਸੀਂ ਉਹਨੂੰ ਸਬਮਿਟ ਕਰਾਓਗੇ ਡਿਪੋਜ਼ਿਟ, ਤੇ ਉਹਦਾ ਤੁਹਾਨੂੰ 7.5% ਜਿਹੜਾ ਫਿਕਸਡ ਇੰਟਰਸਟ ਰੇਟ ਮਿਲੂਗਾ। ਠੀਕ ਹੈ, ਸੋ ਬਹੁਤ ਹੀ ਅੱਛੀ ਸਕੀਮ ਹੈਗੀ ਆ। ਨੈਕਸਟ ਆ ਐਜ਼ ਪਰ ਯੂਨੀਅਨ ਬਜਟ ਦਾ ਮੈਕਸੀਮਮ ਡਿਪੋਜ਼ਿਟ ਲਿਮਿਟ ਜਿਹੜਾ ਸੀਨੀਅਰ ਸਿਟੀਜ਼ਨ ਦੇ ਸੇਵਿੰਗ ਸਕੀਮਸ ਦੇ ਵਾਸਤੇ ਜਿਹੜੀ ਪਹਿਲਾਂ 15 ਲੱਖ ਲਿਮਿਟ ਸੀ, ਹੁਣ ਵਧਾ ਕੇ ਉਹਨੂੰ 30 ਲੱਖ ਕਰ ਦਿੱਤਾ ਗਿਆ। ਇਸੇ ਤਰ੍ਹਾਂ ਸਿੰਗਲ ਅਕਾਊਂਟ ਵਾਸਤੇ ਜਿਹੜੀ ਹੈ ਮੰਥਲੀ ਇਨਕਮ ਅਕਾਊਂਟ ਸਕੀਮ ਦੇ ਅੰਡਰ ਪਹਿਲਾਂ 4.5 ਲੱਖ ਸੀ, ਹੁਣ 9 ਲੱਖ ਕਰ ਦਿੱਤਾ ਹੈ, ਤੇ ਜੁਆਇੰਟ ਅਕਾਊਂਟ ਵਾਸਤੇ ਪਹਿਲਾਂ 9 ਲੱਖ ਸੀ, ਹੁਣ 15 ਲੱਖ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹੈਗਾ ਸਟੇਟਸ, ਯੂਨੀਅਨ ਬਜਟ ਦੇ ਅਕੋਰਡਿੰਗਲੀ ਸਟੇਟਸ ਜਿਹੜਾ ਆ ਠੀਕ ਹੈ, they will be allowed a fiscal deficit of 3.5% of the GDP, GSDP मतलब gross state domestic product, of which how much percent will be tied to power sector reform। ਸੋ ਇਹਦੇ ਵਿੱਚ 0.5% ਜਿਹੜਾ ਆ ਪਾਵਰ ਸੈਕਟਰ, ਮਤਲਬ ਕਿ ਜੇਕਰ ਉਹ ਜੋ ਵੀ ਸੈਂਟਰ ਸਰਕਾਰ ਦੀ ਪਾਵਰ ਰਿਲੇਟਡ ਪੋਲਿਸੀ ਨੇ, ਇਲੈਕਟ੍ਰਿਸਿਟੀ ਰਿਲੇਟਡ ਪੋਲਿਸੀਜ਼ ਨੇ, ਅਗਰ ਉਹਨਾਂ ਨੂੰ ਇੰਪਲੀਮੈਂਟ ਕਰਦੇ ਨੇ ਠੀਕ ਹੈ, ਤੇ ਉਹਨਾਂ ਦਾ 0.5% ਜਿਹੜਾ ਆ ਉਹਨਾਂ ਨੂੰ ਕਰਨਾ ਹੀ ਪਏਗਾ। ਠੀਕ ਹੈ, ਫਿਰ ਉਹਨਾਂ ਨੂੰ ਮਤਲਬ ਅਲਾਓ ਕੀਤਾ ਜਾਊਗਾ ਕਿ ਉਹ ਆਪਣਾ ਫਿਸਕਲ ਡੈਫਿਸਿਟ ਜਿਹੜੀ GDP ਸਟੇਟ ਦੀ GDP ਆ ਤਾਂ 3.5% ਰੱਖ ਸਕਦੇ। ਫਿਸਕਲ ਡੈਫਿਸਿਟ ਕੀ ਹੁੰਦਾ ਹੈ? ਜਦੋਂ ਤੁਹਾਡੇ ਖਰਚੇ ਜਿਹੜੇ ਆ ਉਹ ਤੁਹਾਡੀ ਆਮਦਨ ਤੋਂ ਵੱਧ ਜਾਣ। ਸਿੰਪਲੀ ਯਾਦ ਰੱਖੋ, ਆਮਦਨੀ ਅਠੰਨੀ, ਖਰਚਾ ਰੁਪਈਆ, ਉਹਨੂੰ ਕੀ ਕਹਿੰਦੇ ਨੇ? ਫਿਸਕਲ ਡੈਫਿਸਿਟ। ਠੀਕ ਹੈ, ਨੈਕਸਟ ਹੈਗਾ ਫॉर द ਫਿਸਕਲ, ਇਹਦੇ ਵਿੱਚ ਤੁਹਾਨੂੰ ਸਮਝ ਆ ਜਾਊਗੀ। ਜਿਵੇਂ ਆ ਦੇਖੋ, ਹੁਣ ਇਹਦੇ ਵਿੱਚ ਲਿਖਿਆ ਹੋਇਆ ਆ ਕਿ ਟੋਟਲ ਰਿਸੀਟਸ ਅਦਰ ਦੈਨ ਬੋਰਿੰਗਸ, ਬੋਰਿੰਗਸ ਕੀ ਆ? ਜਿਹੜੇ ਤੁਸੀਂ ਲੋਨ ਵਗੈਰਾ ਲੈਂਦੇ ਆ, ਇਹਨਾਂ ਨੂੰ ਆਪਾਂ ਛੱਡ ਦਈਏ, ਤੇ ਟੋਟਲ ਰਿਸੀਵਸ ਕਿ ਜਿੰਨੀ ਤੁਹਾਨੂੰ ਇਨਕਮ ਆਉਣੀ ਹੈ ਡਿਫਰੈਂਟ ਸੋਰਸਿਸ ਤੋਂ, ਟੈਕਸ ਤੋਂ, ਨਾਨ ਟੈਕਸ ਸੋਰਸਿਸ ਤੋਂ, ਐਸਟੀਟ ਤੋਂ, ਸਪੈਕਟਰਮ ਤੋਂ, ਠੀਕ ਹੈ, ਉਹ ਸਾਰਿਆਂ ਤੋਂ, ਫੀਸਾਂ ਤੋਂ, ਠੀਕ ਹੈ, ਗਵਰਨਮੈਂਟ ਫੀਸਾਂ ਵਗੈਰਾ ਜਿਹੜੀਆਂ ਹੁੰਦੀਆਂ ਨੇ, ਸੋ ਉਹ ਐਸਟੀਮੇਟ ਹੈਗਾ ਆ, ਮਤਲਬ ਤੁਹਾਡਾ ਕਿੰਨਾ ਰੈਵਨਿਊ ਤੁਹਾਨੂੰ ਕਿੰਨਾ ਆ ਰਿਹਾ? 27.2 ਲੱਖ ਕਰੋੜ। ਤੇ ਟੋਟਲ ਐਕਸਪੈਂਡੀਚਰ ਤੁਹਾਡਾ ਖਰਚਾ ਕਿੰਨਾ ਆ? 45 ਲੱਖ ਕਰੋੜ। ਸੋ ਲਗਭਗ 17.5 ਲੱਖ ਕਰੋੜ ਤੁਹਾਨੂੰ ਜਿਹੜਾ ਆ ਘਟਣ ਡਿਆ ਆ। ਠੀਕ ਹੈ, ਸੋ ਫਿਸਕਲ ਡੈਫਿਸਿਟ ਕਿੰਨਾ ਪਰਸੈਂਟ ਹੋ ਗਿਆ ਤੁਹਾਡੀ GDP ਦਾ ਐਸਟੀਮੇਟ? 5.9%। ਸੋ ਇਹ ਜਿਹੜਾ ਮਤਲਬ ਇਹਨਾਂ ਨੇ FRBM ਐਕਟ ਆਇਆ ਸੀਗਾ, ਉਹਦੇ ਵਿੱਚ ਵੀ ਫਿਸਕਲ ਡੈਫਿਸਿਟ ਦੀ, ਰੈਵਨਿਊ ਡੈਫਿਸਿਟ ਦੀ ਗੱਲ ਕੀਤੀ ਕਿ 3% ਤੋਂ ਥੱਲੇ ਰੱਖਣਾ ਆ। ਫਿਰ ਉਸ ਤੋਂ ਬਾਅਦ ਕੋਵਿਡ ਆ ਗਿਆ। ਠੀਕ ਹੈ, ਸੋ ਉਹ ਰੇਸ਼ੋ ਥੋੜੀ ਜਿਹੀ ਪਰਸੈਂਟੇਜ ਵਧਾ ਦਿੱਤੀ। ਸੋ ਗਵਰਨਮੈਂਟ ਆਫ ਇੰਡੀਆ ਦਾ ਐਰਕਾ ਜਿਹੜਾ ਕਰੰਟ ਜਿਹੜਾ ਹੈਗਾ ਕਿ ਫਿਸਕਲ ਡੈਫਿਸਿਟ ਨੂੰ ਆਪਾਂ 2025-26 ਤੱਕ GDP ਦੇ 4.5% ਆਪਾਂ ਨੂੰ ਲੈ ਕੇ ਜਾਣਾ, ਉਸ ਤੋਂ ਥੱਲੇ ਲੈ ਕੇ ਜਾਣਾ। ਠੀਕ ਹੈ, ਸੋ ਗ੍ਰੋਸ ਮਾਰਕੀਟ ਬੋਰੋਇੰਗਸ ਕਿੰਨੀਆਂ ਨੇ? 15.4 ਲੱਖ ਕਰੋੜ। ਸੋ ਇੰਨਾ ਗਵਰਨਮੈਂਟ ਜਿਹੜੀ ਆ ਉਹ ਲਗਭਗ ਉਧਾਰ ਚੁੱਕੂਗੀ। ਠੀਕ ਹੈ, 17.5 ਦਾ ਲਗਭਗ 17.8 ਜਿਹੜਾ ਹੈ ਡੈਫਿਸਿਟ ਆ, ਤੇ 15.4 ਜਿਹੜਾ ਹੈ ਬੋਰੋਇੰਗਸ ਨੇ। ਦੈਨ ਉਸ ਤੋਂ ਬਾਅਦ ਹੈਗਾ ਯੂਨੀਅਨ ਬਜਟ ਪ੍ਰਪੋਜ਼ਸ ਟੂ ਰਿਡਿਊਸ, ਹਾਂ ਇਹ ਹੁਣ ਇੱਕ ਇਹਨਾਂ ਨੇ ਬੇਸਿਕ ਕਸਟਮ ਡਿਊਟੀ ਜਿਹੜੀ BCD ਹੈ, ਇਹਦੇ ਰੇਟਸ ਜਿਹੜੇ ਪਹਿਲਾਂ 21 ਸੀਗੀਆਂ ਡਿਊਟੀਜ਼, ਉਹਨਾਂ ਨੂੰ ਘਟਾ ਕੇ ਜਿਹੜਾ 13 ਕੀਤਾ ਆ। ਠੀਕ ਹੈ, ਬਟ ਅਦਰ ਦੈਨ ਗੁਡਸ ਅਦਰ ਦੈਨ ਟੈਕਸਟਾਈਲਸ ਐਂਡ ਐਗਰੀਕਲਚਰ, ਇਹ ਨਹੀਂ ਇਨਕਲੂਡ ਹੋਣਗੇ। ਠੀਕ ਹੈ, ਨੈਕਸਟ ਹੈਗਾ ਯੂਨੀਅਨ ਬਜਟ ਜਿਹੜਾ ਇਨਕਮ ਵਾਸਤੇ ਟੈਕਸ ਰਿਬੇਟ ਲਿਮਿਟ ਹੈ ਪਰਸਨਲ ਇਨਕਮ ਦੀ, ਇਹਨਾਂ ਨੇ ਵਧਾ ਕੇ ਮਤਲਬ 7 ਲੱਖ ਤੱਕ ਨੋ ਟੈਕਸ। ਠੀਕ ਹੈ, ਪਹਿਲਾਂ 5 ਲੱਖ ਤੱਕ ਨੋ ਟੈਕਸ ਪਰਸਨਲ ਇਨਕਮ ਵਾਸਤੇ, ਤੇ ਹੁਣ 7 ਲੱਖ ਤੱਕ। ਸੋ ਉਸ ਤੋਂ ਬਾਅਦ ਹੈਗਾ ਕੁਝ ਜਨਰਲ ਗੱਲਾਂ। ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਜਿਹੜਾ 112 ਆਰਟੀਕਲ ਦੇ ਅੰਡਰ ਦਿੱਤਾ ਗਿਆ ਕਨਸਟੀਟਿਊਸ਼ਨ ਦੇ, ਜਿਹਨੂੰ ਆਪਾਂ ਬਜਟ ਕਹਿ ਦਿੰਦੇ ਆ। ਕਰੰਟਲੀ ਕੰਟੀਨਜੈਂਸੀ ਫੰਡ ਆਫ ਇੰਡੀਆ, ਜਿਹਨੂੰ ਪਾਰਲੀਮੈਂਟ ਆਥੋਰਾਈਜ਼ ਹੁੰਦੀ ਆ ਯੂਜ਼ ਕਰਨ ਦੇ। ਸੋ ਇਹ ਮਤਲਬ ਕੰਟੀਨਜੈਂਸੀ ਦੇ ਟਾਈਮ ਤੇ ਪਾਰਲੀਮੈਂਟ ਦੀ ਦੇ ਨਾਲ ਅਪਰੂਵਲ ਦੇ ਨਾਲ ਆਪਾਂ ਜਿਹੜਾ ਐਪਰੋਪ੍ਰੀਏਟ ਕੀ ਇਹਨੂੰ ਕਹਿੰਦੇ ਆ ਕਢਵਾ ਸਕਦੇ ਆ। ਉਹ ਹੈਗਾ 30,000 ਕਰੋੜ। ਪਹਿਲਾਂ 50,000 ਕਰੋੜ ਨਹੀਂ, ਪਹਿਲਾਂ 500 ਕਰੋੜ ਸੀਗਾ, ਅੱਜ ਤੋਂ ਕੋਈ
ਲਾ ਲਓ 5-6 ਸਾਲ ਪਹਿਲਾਂ। ਹੁਣ ਇਹਨੂੰ ਕਾਫੀ ਜ਼ਿਆਦਾ ਸਮੇਂ ਦੇ ਨਾਲ ਵਧਾਤਾ, ਕਿਉਂਕਿ ਕਈ ਵਾਰੀ ਕਿਤੇ ਫਲੱਡ ਆ ਜਾਂਦਾ, ਕਈ ਵਾਰੀ ਕੁਛ ਇੱਦਾਂ ਦੀਆਂ ਜਿਹੜੀਆਂ ਮਤਲਬ ਨੈਚੁਰਲ ਕਲੈਮਿਟੀਜ਼ ਕਈ ਵਾਰੀ ਆ ਜਾਂਦੀਆਂ ਨੇ, ਫਿਰ ਕੋਵਿਡ ਵੀ ਆਇਆ ਸੀ ਵਿੱਚ ਜੇ। ਸੋ ਇੱਦਾਂ ਦੀਆਂ ਮਤਲਬ ਜਿੱਥੇ ਲੋਕ ਅਚਾਨਕ ਹੀ ਬਜਟ ਤੋਂ ਪਰੇ ਸਾਨੂੰ ਖਰਚਾ ਕਰਨਾ ਪੈਂਦਾ, ਤੇ ਫਿਰ ਆਪਾਂ ਕੰਟੀਨਜੈਂਸੀ ਫੰਡ 'ਚੋਂ ਕਰਦੇ ਹਾਂ। ਨੈਕਸਟ ਹੈਗਾ ਵਟ ਇਜ਼ ਦਾ ਫੁੱਲ ਫਾਰਮ ਆਫ UIDF। ਸੋ ਇਹ ਪਹਿਲਾਂ RIDF ਹੁੰਦਾ ਸੀ, ਰੂਰਲ ਇਨਫਰਾਸਟਰਕਚਰ ਡਿਵੈਲਪਮੈਂਟ ਫੰਡ। ਹੁਣ ਇਸ ਸਾਲ ਇਹਨਾਂ ਨੇ ਅਰਬਨ ਲਈ ਵੀ, ਅਰਬਨ ਦੇ ਇਨਫਰਾਸਟਰਕਚਰ ਨੂੰ ਡਿਵੈਲਪ ਕਰਨ ਵਾਸਤੇ ਵੀ ਅਰਬਨ ਇਨਫਰਾਸਟਰਕਚਰ ਡਿਵੈਲਪਮੈਂਟ ਫੰਡ ਜਿਹੜਾ ਹੈ ਉਹ ਅਨਾਊਂਸ ਕੀਤਾ ਆ। ਨੈਕਸਟ ਹੈ ਅਮੰਗ ਦਾ ਬਜਟ ਐਲੋਕੇਸ਼ਨਸ ਲਾਰਜੈਸਟ ਸ਼ੇਅਰ ਜਿਹੜਾ ਗਿਆ ਆ ਉਹ ਗਿਆ ਆ ਮਿਨਿਸਟਰੀ ਆਫ ਡਿਫੈਂਸ ਨੂੰ। ਠੀਕ ਹੈ। ਨੈਕਸਟ ਹੈ ਯੂਨੀਅਨ ਗਵਰਨਮੈਂਟ ਵਿਲ ਗਿਵ 50 ਈਅਰ ਇੰਟਰਸਟ ਫ੍ਰੀ ਲੋਨਸ ਟੂ ਸਟੇਟਸ। ਸੋ ਇਹ 1 ਸਾਲ ਲਈ ਹੋਰ ਇਹਨਾਂ ਨੇ ਐਕਸਟੈਂਡ ਕਰ ਦਿੱਤਾ ਆ। ਠੀਕ ਹੈ, 2023-24 ਲਈ। ਸੋ ਇਹ ਮਤਲਬ ਕੈਪੀਟਲ ਐਕਸਪੈਂਡੀਚਰ ਤੇ ਸਟੇਟਸ ਜਿਹੜੀਆਂ ਆ ਉਹਨਾਂ ਨੂੰ ਕਰਨਾ ਹੋਊਗਾ। ਠੀਕ ਹੈ, ਖਰਚਾ ਜਿਹੜਾ ਮਤਲਬ ਕੈਪੀਟਲ ਐਕਸਪੈਂਡੀਚਰ ਕੀ ਮਤਲਬ ਜਿਹੜਾ ਜਿਨ੍ਹਾਂ ਤੋਂ ਉਹਨਾਂ ਨੂੰ ਡਾਇਰੈਕਟ ਇਨਕਮ ਆ ਸਕੇ। ਰਾਈਟ, ਇਹ ਨਹੀਂ ਕਿ ਉਹ ਇਸ ਪੈਸੇ 'ਚੋਂ ਆਪਣੇ ਪੁਰਾਣੇ ਕਰਜ਼ੇ ਜਿਹੜੇ ਆ ਉਹ ਉਤਾਰਨ। ਨੈਕਸਟ ਹੈਗਾ ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ ਅਬਾਊਟ ਇੰਡੀਅਨ ਇਕੋਨਮੀ। ਸੋ ਕੈਪੀਟਲ ਐਕਸਪੈਂਡੀਚਰ ਜਿਹੜਾ ਆ ਦੇਖਿਆ ਜਾਏ ਤੇ ਅਪਰੋਕਸੀਮੇਟਲੀ 4 ਗੁਣਾ 2016 ਫਿਸਕਲ ਈਅਰ ਤੋਂ 4 ਗੁਣਾ ਵਧਿਆ ਆ। ਬਿਲਕੁਲ ਠੀਕ ਹੈ। NPA ਜਿਹੜੇ ਆ ਨਾਨ ਪਰਫਾਰਮਿੰਗ ਐਸੈਟਸ ਲਾਸਟ 2 ਸਾਲ ਤੋਂ ਜਿਹੜੇ ਆ 2 ਈਅਰਸ ਤੋਂ ਉਹ ਫਾਲ ਕਰ ਰਹੇ ਆ। ਤੇ ਫੋਰੈਕਸ ਰਿਜ਼ਰਵ ਵੀ ਜਿਹੜਾ ਆ ਉਹ ਡਿਕਰੀਜ਼ ਕੀਤਾ ਆ ਇਨਕਰੀਜ਼ ਕਰਨ ਦੀ ਬਜਾਏ। ਕੋਵਿਡ ਦੇ ਦੌਰਾਨ ਇਨਕਰੀਜ਼ ਹੋਇਆ ਸੀ ਆਪਣਾ ਫੋਰੈਕਸ ਰਿਜ਼ਰਵ, ਲੇਕਿਨ ਹੁਣ ਇਹ ਜਿਹੜਾ ਆ ਉਹ ਕੌਨਸਟੈਂਟਲੀ ਡਿਕਰੀਜ਼ ਕਰ ਰਿਹਾ। ਸੋ ਇਹ ਤਿੰਨੇ ਹੀ ਸਟੇਟਮੈਂਟਸ ਜਿਹੜੀਆਂ ਨੇ ਕਰੈਕਟ ਨੇ। ਉਸ ਤੋਂ ਬਾਅਦ ਹੈਗਾ ਵਿਚ ਅਮੰਗ ਦਾ ਫੋਲੋਇੰਗ ਇਜ਼ ਟਰੂ ਅਬਾਊਟ ਦਾ ਬਜਟ ਐਸਟੀਮੇਟਸ ਆਫ ਫਿਸਕਲ ਈਅਰ। ਸੋ ਸ਼ੇਅਰ ਆਫ ਸਬਸਿਡੀਜ਼ ਇਜ਼ ਜਿਹੜਾ ਇਸ ਸਾਲ ਦਾ ਮਤਲਬ ਜੋ ਡਿਫੈਂਸ ਦਾ ਸ਼ੇਅਰ ਹੈ ਉਹ ਸਬਸਿਡੀਜ਼ ਦੇ ਸ਼ੇਅਰ ਨਾਲੋਂ ਹਾਲੇ ਵੀ ਘੱਟ ਹੈ। ਦੈਨ ਉਸ ਤੋਂ ਬਾਅਦ ਹੈਗਾ ਇੰਟਰਸਟ ਪੇਮੈਂਟਸ ਜਿਹੜਾ ਬੋਰੋਇੰਗਸ ਤੇ ਹੈਗਾ ਹੈ। ਮਤਲਬ ਬੋਰੋਇੰਗਸ ਮਤਲਬ ਜਿੱਦਾਂ ਆਪਾਂ ਕਿਸੇ ਤੋਂ ਲੋਨ ਲਿਆ, ਕਿਸੇ ਕੰਟਰੀ ਤੋਂ ਲੋਨ ਲਿਆ, ਨੂੰ ਇੰਟਰਸਟ ਵੀ ਤੇ ਦੇਣਾ ਹੈ ਨਾ। ਸੋ ਟੋਟਲ ਐਕਸਪੈਂਡੀਚਰ ਦਾ ਉਹ 25% ਆ। ਠੀਕ ਹੈ। ਉਸ ਤੋਂ ਇਲਾਵਾ ਸੈਂਟਰਲੀ ਸਪੋਂਸਰਡ ਸਕੀਮਸ ਜਿਹੜੀਆਂ ਨੇ ਉਹਨਾਂ ਦਾ ਐਲੋਕੇਸ਼ਨ ਜਿਹੜਾ ਆ ਫੰਡਸ ਦਾ ਉਹ ਜ਼ਿਆਦਾ ਆ ਦੈਨ ਸੈਂਟਰਲ ਸੈਕਟਰ ਸਕੀਮ। ਸੈਂਟਰਲ ਸੈਕਟਰ ਸਕੀਮਸ ਦੇ ਵਿੱਚ 100% ਸੈਂਟਰ ਨੇ ਕੰਟਰੀਬਿਊਟ ਕਰਨਾ ਹੁੰਦਾ ਹੈ। ਸੈਂਟਰਲੀ ਸਪੋਂਸਰਡ ਦੇ ਵਿੱਚ 60-40 ਦੀ ਮੋਸਟ ਆਫ ਦੀ ਟਾਈਮਸ ਰੇਸ਼ੋ ਹੁੰਦੀ ਆ। ਠੀਕ ਹੈ। ਹਿਲੀ ਸਟੇਟਸ ਦੇ ਵਿੱਚ ਜਾਂ ਨਾਰਥ ਈਸਟਰਨ ਦੇ ਵਿੱਚ 90-10 ਦੀ ਰੇਸ਼ੋ ਹੁੰਦੀ ਆ। ਨੈਕਸਟ ਹੈਗਾ ਵਿਚ ਸਕੀਮ ਹੈਜ਼ ਅਚੀਵਡ ਰਿਮਾਰਕੇਬਲ ਸਕਸੈਸ ਬਾਈ ਮੋਬਿਲਾਈਜ਼ਿੰਗ ਰੂਰਲ ਵੂਮਨ into 81 lakh ਸੈਲਫ ਹੈਲਪ ਗਰੁੱਪਸ। ਸੋ ਇਹਦੇ ਮਤਲਬ ਇਹ ਕਾਫੀ ਸਕਸੈਸਫੁਲ ਰਹੀ ਹੈ। ਦੀਨ ਦਿਆਲ ਅੰਤਯੋਦਿਆ ਯੋਜਨਾ NRLM ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ ਦੇ ਅੰਡਰ ਜਿਹੜੀ ਹੈ। ਨੈਕਸਟ ਹੈ ਅਕੋਰਡਿੰਗ ਟੂ ਬਜਟ ਵਟ ਇਜ਼ ਟਰੂ ਰਿਗਾਰਡਿੰਗ ਐਗਰੀਕਲਚਰ ਐਕਸਲਰੇਟਰ ਫੰਡ। ਸੋ ਇਹ ਜਿਹੜਾ ਫੰਡ ਹੈ ਇਹ ਰੂਰਲ ਏਰੀਆਜ਼ ਦੇ ਵਿੱਚ ਯੰਗ ਐਂਟਰਪ੍ਰੀਨਿਓਰਸ ਨੂੰ ਇਨਕਰੇਜ ਕਰਨ ਵਾਸਤੇ ਸੈਟਅਪ ਕੀਤਾ ਗਿਆ ਆ। ਇਹਦੇ ਵਿੱਚ ਮੇਨਲੀ ਜੋ ਵੀ ਫਾਰਮਰਸ ਨੂੰ ਚੈਲੰਜ ਮਤਲਬ ਉਹ ਫੇਸ ਕਰਦੇ ਨੇ, ਠੀਕ ਹੈ, ਡਿਊਰਿੰਗ ਫਾਰਮਿੰਗ, ਉਹਦੇ ਵਾਸਤੇ ਇਨੋਵੇਟਿਵ ਤੇ ਅਫੋਰਡੇਬਲ ਸੋਲਿਊਸ਼ਨਸ ਵਗੈਰਾ ਉਹਦੇ ਰਿਗਾਰਡਿੰਗ ਹੈ ਕ੍ਰੀਏਟ ਕੀਤਾ ਗਿਆ ਆ। ਸੋ ਦੋਨੋਂ ਹੀ ਸਟੇਟਮੈਂਟਸ ਕਰੈਕਟ ਨੇ। ਨੈਕਸਟ ਹੈ ਵਟ ਇਜ਼ ਟਰੂ ਅਕੋਰਡਿੰਗ ਟੂ ਯੂਨੀਅਨ ਬਜਟ। ਸੋ ਲਾਈਫ ਜਿਹੜਾ ਆ ਇਹਨਾਂ ਦਾ ਵਿਜ਼ਨ ਹੈ ਆਪਣੇ ਪ੍ਰਾਈਮ ਮਿਨਿਸਟਰ ਮੋਦੀ ਦਾ, ਲਾਈਫ ਸਟਾਈਲ ਫॉर ਇਨਵਾਇਰਮੈਂਟ। ਸੋ ਮੇਨਲੀ ਇਨਵਾਇਰਮੈਂਟ ਕੌਨਸ਼ੀਅਸ ਲਾਈਫ ਨੂੰ ਜੀਣ ਵਾਸਤੇ ਇੱਦਾਂ ਦਾ ਹੈਗਾ ਇਹਨਾਂ ਨੇ ਰੱਖਿਆ ਆ। ਸੋ ਇਹਦੇ ਬਾਰੇ ਵੀ ਗੱਲ ਕੀਤੀ ਗਈ ਹੈ। ਦੂਸਰਾ ਪੰਚ ਅੰਮ੍ਰਿਤ ਜਿਹੜੀ ਗਲਾਸਗੋ ਸਮਿਟ ਹੋਈ ਸੀਗੀ COP26 ਦੇ ਵਿੱਚ, ਉਹਦੇ ਵਿੱਚ ਪੰਚ ਅੰਮ੍ਰਿਤ ਅਨਾਊਂਸ ਕੀਤਾ ਗਿਆ ਸੀ, ਜਿਹਦੇ ਵਿੱਚੋਂ ਇੰਡੀਆ ਨੇ ਇੱਕ ਇਹ ਵੀ ਚੀਜ਼ ਅਨਾਊਂਸ ਕੀਤੀ ਸੀਗੀ ਵੀ ਅਸੀਂ ਨੈਟ ਜ਼ੀਰੋ ਕਾਰਬਨ ਐਮਿਸ਼ਨ ਬਾਏ 2070 ਅਚੀਵ ਕਰਨਾ ਆ। ਠੀਕ ਹੈ। ਸੋ ਇਹਨਾਂ ਦੋਵਾਂ ਗੱਲਾਂ ਦਾ ਜ਼ਿਕਰ ਜਿਹੜਾ ਕੀਤਾ ਗਿਆ ਆ। ਨੈਕਸਟ ਹੈ ਅਕੋਰਡਿੰਗ ਟੂ ਯੂਨੀਅਨ ਬਜਟ 2023-24 ਵਟ ਇਜ਼ ਟਰੂ ਰਿਗਾਰਡਿੰਗ ਇਨਕਮ ਟੈਕਸ ਰਿਟਰਨਸ। ਸੋ ਇਨਕਮ ਟੈਕਸ ਰਿਟਰਨਸ ਦਾ ਮਤਲਬ ITR ਫਾਈਲ ਕਰਨ ਦਾ ਜਿਹੜਾ ਪ੍ਰੋਸੈਸਿੰਗ ਪੀਰੀਅਡ ਆ, ਠੀਕ ਹੈ, ਉਹ ਪਹਿਲਾਂ ਮਤਲਬ ਅਗਰ ਆਪਾਂ 2013-14 ਦੀ ਗੱਲ ਕਰੀਏ ਤਾਂ 93 ਦਿਨ ਲੱਗਦੇ ਹੁੰਦੇ ਸੀ ਲਗਭਗ, ਜਿਹੜਾ ਹੁਣ ਸਿਰਫ 16 ਦਿਨ ਰਹਿ ਗਿਆ ਆ। ਇਸ ਤੋਂ ਇਲਾਵਾ ਜਿਹੜਾ ਟੈਕਸ ਪੇਅਰ ਪੋਰਟਲ ਆ ਉੱਥੇ ਲਗਭਗ 72 ਲੱਖ ਇੱਕ ਦਿਨ ਦੇ ਵਿੱਚ ਰਿਟਰਨਸ ਜਿਹੜੀਆਂ ਫਾਈਲ ਹੁੰਦੀਆਂ ਨੇ। ਠੀਕ ਹੈ। ਐਂਡ ਪ੍ਰੋਸੈਸਡ ਮੋਰ ਦੈਨ 6.5 ਕਰੋੜ ਰਿਟਰਨਸ ਦਿਸ ਈਅਰ। ਸੋ ਦੋਨੋਂ ਹੀ ਕਰੈਕਟ ਨੇ। ਇਸ ਤੋਂ ਬਾਅਦ ਹੈ ਜਿਹੜੀ ਹਾਈਐਸਟ ਐਲੋਕੇਸ਼ਨ ਦਿੱਤੀ ਗਈ ਮਿਨਿਸਟਰੀ ਆਫ ਡਿਫੈਂਸ ਨੂੰ, ਉਹ ਕਿੰਨੀ ਹੈ 5.94 ਲੱਖ ਕਰੋੜ। ਸੋ ਫਸਟ ਯੂਨੀਅਨ ਬਜਟ ਜਿਹੜਾ ਇੰਡੀਪੈਂਡੈਂਟ ਇੰਡੀਆ ਦਾ ਉਹ ਕਿੰਨੇ ਪ੍ਰੈਜ਼ੈਂਟ ਕੀਤਾ ਸੀ? RK ਸ਼ਮਕੁਨ ਸ਼ੈਟੀ ਨੇ 26 ਨਵੰਬਰ 1947 ਨੂੰ। ਰੇਲਵੇ ਸੈਕਟਰ ਨੂੰ ਜਿਹੜਾ ਦਿੱਤਾ ਗਿਆ ਆ ਬਜਟ ਦੇ ਵਿੱਚ, ਉਹ ਦਿੱਤਾ ਗਿਆ ਆ ਮਤਲਬ
ਆਪਾਂ ਪਿਛਲੇ ਸਾਲਾਂ ਨਾਲ ਕੰਪੇਅਰ ਕਰੀਏ 2016 ਦੇ ਫਿਸਕਲ ਈਅਰ ਤੋਂ ਲਗਭਗ ਤੇ ਹਾਈਐਸਟ ਐਵਰ ਆਊਟਲੇ ਦਿੱਤਾ ਗਿਆ ਰੇਲਵੇ ਨੂੰ 2.40 ਲੱਖ ਕਰੋੜ ਦਾ। ਸੋ ਉਸ ਤੋਂ ਇਲਾਵਾ ਜਿਹੜੇ 740 ਇਕਲਵਯ ਮਾਡਲ ਰੈਜ਼ੀਡੈਂਸ਼ੀਅਲ ਸਕੂਲਸ ਨੇ, ਠੀਕ ਹੈ, ਟਰਾਈਬਲ ਸਟੂਡੈਂਟਸ ਵਾਸਤੇ ਜਿਹੜੇ ਸੈਟਅਪ ਕੀਤੇ ਗਏ ਸੀ, ਉਹਦੇ ਵਾਸਤੇ ਇਹਨਾਂ ਨੇ ਅਨਾਊਂਸ ਕੀਤਾ ਕਿ ਅਗਲੇ 3 ਸਾਲ ਲਗਭਗ 38,000 ਟੀਚਰ ਜਿਹੜੇ ਆ ਉਹ ਨਿਯੁਕਤ ਕੀਤੇ ਜਾਣਗੇ, ਜਾਂ ਹੋਰ ਵੀ ਜਿਹੜਾ ਅਲਾਈਡ ਸਟਾਫ ਆ। ਨੈਕਸਟ ਹੈ ਬਾਈ ਵਿਚ ਈਅਰ ਗਵਰਨਮੈਂਟ ਏਮਸ ਟੂ ਪ੍ਰੋਡਿਊਸ 5 ਮਿਲੀਅਨ ਮੈਟ੍ਰਿਕ ਟਨ ਆਫ ਗ੍ਰੀਨ ਹਾਈਡਰੋਜਨ। ਸੋ 2030 ਤੱਕ ਦਾ ਜਿਹੜਾ ਇਹਨਾਂ ਦਾ ਟੀਚਾ ਆ, ਰਾਈਟ। ਸੋ ਦੈਟ ਵਾਜ਼ ਆਲ। ਤੇ ਇਹਦੀ ਟੈਲੀਗ੍ਰਾਮ ਦੇ ਵਿੱਚੋਂ ਤੁਸੀਂ PDF ਜਿਹੜੀ ਹੈ ਡਾਊਨਲੋਡ ਕਰ ਸਕਦੇ ਹੋ। ਥੈਂਕ ਯੂ ਵੈਰੀ ਮੱਚ।